हेलो व्यूअर्स, वेलकम टू माय नेक्स्ट वीडियो। ਅੱਜ ਦੀ ਇੰਪੋਰਟੈਂਟ ਵੀਡੀਓ BA ਸਮੈਸਟਰ ਸੈਕੰਡ ਦੇ ਸਟੂਡੈਂਟਸ ਦੇ ਲਈ ਜਿਹੜੇ ਕਿ ਖਾਸ ਕਰਕੇ ਰੈਗੂਲਰ ਰੀਅਪੇਅਰ ਡਿਸਟੈਂਸ ਐਜੂਕੇਸ਼ਨ ਦੇ ਰੈਗੂਲਰ ਕਪੈਸਿਟੀ ਦੇ ਅਤੇ ਰੀਅਪੇਅਰ ਵਿਦਿਆਰਥੀਆਂ ਦੇ ਲਈ ਅਤੇ ਰੈਗੂਲਰ ਕਪੈਸਿਟੀ ਦੇ ਰੀਅਪੇਅਰ ਸਪੈਸ਼ਲ ਚਾਂਸ ਤੇ ਇੰਪਰੂਵਮੈਂਟ ਵਿਦਿਆਰਥੀ ਜੋ ਹੁਣ ਤੱਕ ਪੇਪਰ ਚੱਲ ਰਹੇ ਸੀ BA 1 ਸੈਮ 2 ਦੀ ਡੇਟ ਸ਼ੀਟ ਆਈ ਹੋਈ ਸੀ ਉਹ NEP ਦੇ ਵਿਦਿਆਰਥੀਆਂ ਦੇ ਲਈ ਸੀ। ਪਰ ਜਿਹੜੇ ਬੱਚਿਆਂ ਦੀ ਰੀਅਪੇਅਰ ਆਈ ਹੋਈ ਸੀ ਰੈਗੂਲਰ ਬੱਚਿਆਂ ਦੀ ਜਾਂ ਜਿਹੜੇ ਬੱਚਿਆਂ ਨੇ ਪ੍ਰਾਈਵੇਟ ਭਰਿਆ ਹੋਇਆ ਹੈ ਜਾਂ ਜਿਹੜੇ ਬੱਚਿਆਂ ਨੇ ਡਿਸਟੈਂਸ ਐਜੂਕੇਸ਼ਨ ਦੇ ਥਰੂ ਭਰਿਆ ਹੋਇਆ ਹੈ ਉਹਨਾਂ ਦੀ ਡੇਟ ਸ਼ੀਟ ਨਹੀਂ ਸੀ ਆਈ। ਤਾਂ ਇਹ ਡੇਟ ਸ਼ੀਟ ਖਾਸ ਕਰਕੇ ਕਿੰਨਾ ਬੱਚਿਆਂ ਲਈ ਹੈ, ਬਹੁਤ ਧਿਆਨ ਨਾਲ ਨੋਟ ਕਰ ਲਓ। BA ਭਾਗ ਪਹਿਲਾ ਸਮੈਸਟਰ ਦੂਜਾ 15 ਮਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਕਿੰਨਾ ਲਈ ਹੈ? ਡਿਸਟੈਂਸ ਐਜੂਕੇਸ਼ਨ ਦੇ ਰੈਗੂਲਰ ਕਪੈਸਿਟੀ, ਫਿਰ ਡਿਸਟੈਂਸ ਐਜੂਕੇਸ਼ਨ ਦੇ ਰੀਅਪੇਅਰ ਬੱਚਿਆਂ ਲਈ, ਫਿਰ ਰੈਗੂਲਰ ਕਪੈਸਿਟੀ ਦੇ ਰੀਅਪੇਅਰ ਬੱਚਿਆਂ ਲਈ ਤੇ ਸਪੈਸ਼ਲ ਚਾਂਸ ਤੇ ਇੰਪਰੂਵਮੈਂਟ ਵਾਲੇ ਸਟੂਡੈਂਟਸ ਦੇ ਲਈ ਹੈ। ਤਾਂ ਵਿਸ਼ਾ ਕੀ ਰਹੇਗਾ? ਸਭ ਤੋਂ ਪਹਿਲਾਂ 15/5 ਨੂੰ ਪੇਪਰ ਹੈ ਮੈਥੇਮੈਟਿਕਸ ਦਾ, ਠੀਕ ਹੈ, ਮੈਥ ਦਾ ਪੇਪਰ ਰਹੇਗਾ। ਦੈਨ ਉਸ ਤੋਂ ਬਾਅਦ ਤੁਸੀਂ ਜਿਓਮੈਟਰੀ, ਮੈਥੇਮੈਟਿਕਸ ਕੈਲਕੂਲਸ, ਦੈਨ ਮੈਥੇਮੈਟਿਕਸ ਐਲਜੈਬਰਾ ਦਾ ਪੇਪਰ ਆਏਗਾ। ਹੁਣ ਬਹੁਤ ਕਲੀਅਰ ਕੱਟ ਲਿਖਿਆ, ਸਵਾਲ ਕੋਈ ਨਹੀਂ ਪੁੱਛਣ ਵਾਲਾ ਇਹਦੇ 'ਚ ਕਿ ਸਿਲੇਬਸ ਕਿਹੜਾ ਆਏਗਾ। ਮਈ 2024 ਵਾਲਾ ਮਤਲਬ ਪੁਰਾਣਾ ਸਿਲੇਬਸ ਹੀ ਆਏਗਾ, ਕਿਉਂਕਿ ਜਿਹੜਾ ਨਵਾਂ ਸਿਲੇਬਸ ਹੈ ਉਹ ਤਾਂ NEP ਦੇ ਅਕੋਰਡਿੰਗ ਚੱਲ ਰਿਹਾ ਹੈ, ਤਾਂ ਨਵਾਂ ਸਿਲੇਬਸ ਨਹੀਂ ਆਏਗਾ, ਪੁਰਾਣਾ ਹੀ ਆਏਗਾ। 17/5 ਨੂੰ ਸ਼ਨੀਵਾਰ ਵਾਲੇ ਦਿਨ ਕਿਹੜਾ ਪੇਪਰ ਹੈ? ਇੰਗਲਿਸ਼ ਕਮਿਊਨੀਕੇਸ਼ਨ ਸਕਿੱਲਸ। ਇੰਗਲਿਸ਼ ਕਮਿਊਨੀਕੇਸ਼ਨ ਸਕਿੱਲਸ ਰੈਗੂਲਰ ਵਿਦਿਆਰਥੀਆਂ ਦੇ ਜਿਹਨਾਂ ਦੇ ਰੀਅਪੇਅਰ ਆਈ ਹੈ ਤੇ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀ ਜਿਹੜੇ ਕਰ ਰਹੇ ਹੈ, ਪੁਰਾਣਾ ਸਿਲੇਬਸ ਹੀ ਆਏਗਾ। ਪੂਰਾ ਸਿਲੇਬਸ ਹੀ ਅਪਲੋਡਿਡ ਹੈ, ਸਾਰੀਆਂ ਪੋਇਮਸ, ਸਾਰੇ ਸ਼ੋਰਟ ਨੋਟਸ, ਸਾਰੀ ਗ੍ਰਾਮਰ, ਹੈਂਡ ਰਿਟਨ ਨੋਟਸ ਅਪਲੋਡਿਡ ਹੈ, ਤੁਸੀਂ ਵਾਚ ਕਰ ਸਕਦੇ ਹੋ। ਦੈਨ 21/5 ਨੂੰ ਪੰਜਾਬੀ ਕੰਪਲਸਰੀ ਦਾ ਸਿਲੇਬਸ, ਮੁੱਢਲਾ ਗਿਆਨ ਦਾ ਪੰਜਾਬੀ ਕੰਪਲਸਰੀ ਦਾ ਪੇਪਰ ਆਏਗਾ ਫॉर ਫੋਰਨ ਸਟੂਡੈਂਟਸ ਓਨਲੀ। ਫਿਰ 24/5 ਨੂੰ ਜਿਹੜਾ ਪੇਪਰ ਹੈ 21/5 ਤੋਂ ਬਾਅਦ ਆਫਿਸ ਮੈਨੇਜਮੈਂਟ ਐਂਡ ਸੈਕਟਰੀਟੋਰੀਅਲ ਪ੍ਰੈਕਟਿਸ, ਦੈਨ ਫੈਕਸ਼ਨਲ ਇੰਗਲਿਸ਼ ਜੋ ਫੰਕਸ਼ਨਲ ਇੰਗਲਿਸ਼ ਹੈ ਉਹਦੇ ਪੇਪਰ ਆਉਣਗੇ, ਜਿਸ ਦੇ ਵਿੱਚ ਫੋਨੈਟਿਕਸ ਆਫ ਇੰਗਲਿਸ਼ ਹੈ। ਫੋਨੈਟਿਕਸ ਆਫ ਇੰਗਲਿਸ਼ ਦੀਆਂ ਘੱਟੋ ਘੱਟ 21 ਤੋਂ 22 ਬਹੁਤ ਸ਼ੋਰਟ ਵੀਡੀਓਜ਼ ਮੈਂ ਅਪਲੋਡ ਕੀਤੀਆਂ ਹੋਈਆਂ, ਜਿਹਦੇ ਵਿੱਚ ਫੋਨੈਟਿਕਸ, ਫੋਨੈਟਿਕ ਟ੍ਰਾਂਸਕ੍ਰਿਪਸ਼ਨ, ਵਾਵਲਸ ਕੀ ਹੈ, ਕੌਨਸੋਨੈਂਟਸ ਕੀ ਹੈ, ਡਿਪਥੋਮਿਕਸ ਕੀ ਹੈ, ਇਹ ਅਪਲੋਡ ਕੀਤੇ ਹੋਏ ਹੈ। ਦੈਨ ਰੂਰਲ ਡਿਵੈਲਪਮੈਂਟ, ਸੋਸ਼ੋਲੋਜੀ, ਟੈਕਸ ਜੋ ਹੈ ਉਹ ਪ੍ਰੋਸੀਜਰ ਬਾਰੇ, ਪ੍ਰਿੰਸੀਪਲਸ ਆਫ ਪ੍ਰੈਕਟਿਸ ਆਫ ਇੰਸ਼ੋਰੈਂਸ ਦਾ ਪੇਪਰ ਹੈ। 27/5 ਨੂੰ ਪਬਲਿਕ ਐਡਮਿਨਿਸਟ੍ਰੇਸ਼ਨ, ਹੋਮ ਸਾਇੰਸ ਦਾ ਫਿਜ਼ੀਕਲ ਐਜੂਕੇਸ਼ਨ ਦੀ ਥਿਊਰੀ, ਜਿਹਦੇ ਫਿਜ਼ੀਕਲ ਐਜੂਕੇਸ਼ਨ 'ਚ ਰੀਅਪੇਅਰ ਆਈ ਹੈ, ਸਿਲੇਬਸ ਪੁਰਾਣਾ ਹੀ ਆਏਗਾ, ਕਲੀਅਰ ਕੱਟ ਲਿਖਿਆ ਹੋਇਆ ਹੈ। ਦੈਨ ਮਿਊਜ਼ਿਕ ਇੰਸਟਰੂਮੈਂਟਲ ਹਿਸਟਰੀ ਆਫ ਆਰਟ ਦਾ ਪੇਪਰ ਰਹੇਗਾ ਰੀਅਪੇਅਰ ਤੇ ਡਿਸਟੈਂਸ ਐਜੂਕੇਸ਼ਨ ਵਾਲਿਆਂ ਦਾ। 29/5 ਨੂੰ ਹਿਸਟਰੀ ਦਾ ਪੇਪਰ ਆਏਗਾ, ਹਿਸਟਰੀ ਆਫ ਇੰਡੀਆ ਦਾ। ਸਾਈਕੋਲੋਜੀ ਦਾ ਪੇਪਰ ਆਏਗਾ, ਮੈਥੇਮੈਟਿਕਸ ਪਾਰਸ਼ੀਅਲ ਡਿਫਰੈਂਸ਼ੀਅਲ ਇਕੁਏਸ਼ਨ, ਦੈਨ ਫਿਲੋਸਫੀ ਦਾ ਪੇਪਰ ਜਿਨ੍ਹਾਂ ਦੀ ਡਿਸਟੈਂਸ ਐਜੂਕੇਸ਼ਨ ਤੇ ਰੀਅਪੇਅਰ। ਫਿਰ 5 ਜੂਨ ਨੂੰ ਪੇਪਰ ਪੰਜਾਬੀ ਸਾਹਿਤ ਦਾ, ਹਿੰਦੀ ਸਾਹਿਤ ਦਾ, ਹਿੰਦੀ ਲਿਟਰੇਚਰ ਦਾ, ਇੰਗਲਿਸ਼ ਲਿਟਰੇਚਰ ਦਾ ਤੇ ਸੰਸਕ੍ਰਿਤ ਦਾ ਪੇਪਰ। ਇੰਗਲਿਸ਼ ਲਿਟਰੇਚਰ ਦਾ ਸਿਲੇਬਸ, ਪਿਛਲੇ ਸਾਲ ਦਾ ਪੇਪਰ ਜੋ ਹੈ ਅਪਲੋਡਿਡ ਹੈ, ਪੇਪਰ ਦੀ ਤਿਆਰੀ ਕਿਵੇਂ ਕਰਨੀ ਹੈ, ਪੇਪਰ ਕਿੰਨੇ ਨੰਬਰ ਦਾ ਆਏਗਾ, ਸਭ ਅਪਲੋਡਿਡ ਹੈ। ਦੈਨ ਉਸ ਤੋਂ ਬਾਅਦ 5 ਜੂਨ ਨੂੰ ਪੇਪਰ ਰਹੇਗਾ ਤੁਹਾਡਾ ਇਕਨੋਮਿਕਸ ਦਾ, ਮਾਈਕਰੋ ਇਕਨੋਮਿਕਸ, ਇੰਡੀਅਨ ਇਕਨੋਮਿਕਸ, ਡਿਫੈਂਸ ਸਟੱਡੀਜ਼ ਦਾ, ਫਾਈਨ ਆਰਟਸ ਦਾ, ਐਜੂਕੇਸ਼ਨ ਦਾ, ਐਜੂਕੇਸ਼ਨ ਸਾਈਕੋਲੋਜੀ ਦਾ। 9/6 ਨੂੰ ਪੇਪਰ ਰਹੇਗਾ ਜਰਨਲਿਜ਼ਮ ਆਫ ਮਾਸਟਰ ਕਮਿਊਨੀਕੇਸ਼ਨ, ਦੈਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਪੇਪਰ 2, ਫੈਸ਼ਨ ਡਿਜ਼ਾਈਨਿੰਗ, ਐਡਵਰਟਾਈਜ਼ਿੰਗ ਦਾ, ਰਿਲੀਜਨ ਦਾ, ਧਰਮ ਅਧਿਐਨ, ਟੂਰ ਐਂਡ ਟਰੈਵਲਸ ਦਾ। ਦੈਨ 12/6 ਨੂੰ ਪੇਪਰ ਰਹੇਗਾ ਪੋਲੀਟੀਕਲ ਸਾਇੰਸ ਦਾ ਅਤੇ ਪੁਲਿਸ ਐਡਮਿਨਿਸਟ੍ਰੇਸ਼ਨ ਦਾ। 14/6 ਨੂੰ ਪੇਪਰ ਰਹੇਗਾ ਐਗਰੋ ਸਰਵਿਸ ਦਾ ਅਤੇ ਮੈਥੇਮੈਟਿਕਸ ਪੇਪਰ 6। ਦੈਨ 16/6 ਨੂੰ ਜੋਗਰਾਫੀ, ਫਿਜ਼ੀਕਲ ਜੋਗਰਾਫੀ, ਮਿਊਜ਼ੀਕਲ ਵੋਕਲ, ਕੰਪਿਊਟਰ ਐਪਲੀਕੇਸ਼ਨ, ਦੈਨ ਗੁਰਮਤ ਸੰਗੀਤ, ਦੈਨ ਇਨਵਾਇਰਮੈਂਟਲ ਟੈਕਨੋਲੋਜੀ ਦਾ ਪੇਪਰ ਰਹੇਗਾ। 18/6 ਨੂੰ ਡਰੱਗ ਅਬਿਊਜ਼ ਦਾ ਪੇਪਰ, ਜਿਸ ਦੀਆਂ ਕਿ ਸਾਰਾ ਹੀ ਸਿਲੇਬਸ, ਸ਼ੋਰਟ ਨੋਟਸ, ਲੌਂਗ ਆਨਸਰਸ ਸਾਰੇ ਹੀ ਅਪਲੋਡਿਡ ਹੈ, ਤੁਸੀਂ ਵਾਚ ਕਰ ਸਕਦੇ ਹੋ। ਡਰੱਗ ਅਬਿਊਜ਼ ਦਾ ਪੇਪਰ ਡਿਸਟੈਂਸ ਦੇ ਲਈ ਅਤੇ ਜੋ ਹੈ ਡਿਸਟੈਂਸ ਐਜੂਕੇਸ਼ਨ ਦੇ ਲਈ ਅਤੇ ਰੀਅਪੇਅਰ ਦੇ ਬੱਚਿਆਂ ਦੇ ਲਈ, ਇਹ ਇੰਪੋਰਟੈਂਟ ਨੋਟ ਕਰ ਲਓ ਬੱਚੇ। ਜੇ ਡਰੱਗ ਅਬਿਊਜ਼ ਦਾ ਪੇਪਰ ਕਲੀਅਰ ਨਹੀਂ ਹੋਇਆ, ਡਿਗਰੀ ਨਹੀਂ ਮਿਲੇਗੀ ਅਤੇ ਨਾ ਹੀ ਤੁਹਾਡੀ DMC 'ਤੇ ਲਿਖਿਆ ਆਏਗਾ ਕੁਆਲੀਫਾਈਡ, ਤਾਂ ਉਹਦੇ ਵਿੱਚ ਡਰੱਗ ਅਬਿਊਜ਼ ਨੋਨ ਕੁਆਲੀਫਾਈਡ ਲਿਖਿਆ ਆਏਗਾ, ਤਾਂ ਉਸ ਕੇਸ ਦੇ ਵਿੱਚ ਡਿਗਰੀ ਨਹੀਂ ਮਿਲੇਗੀ, ਕਿਤੇ ਜੋਬ ਨਹੀਂ ਅਪਲਾਈ ਕਰ ਪਾਓਗੇ, ਅੱਗੇ ਪੜ੍ਹ ਨਹੀਂ ਪਾਓਗੇ। ਤਾਂ ਇਹ ਸੀ ਡੇਟ ਸ਼ੀਟ BA ਸਮੈਸਟਰ ਸੈਕਿੰਡ ਡਿਸਟੈਂਸ ਐਜੂਕੇਸ਼ਨ ਰੈਗੂਲਰ
ਤੇ ਰੀਅਪੇਅਰ ਬੱਚਿਆਂ ਲਈ, ਫਿਰ ਰੈਗੂਲਰ ਕੈਪੈਸਿਟੀ ਦੇ ਰੀਅਪੇਅਰ, ਸਪੈਸ਼ਲ ਚਾਂਸ ਅਤੇ ਇੰਪਰੂਵਮੈਂਟ ਸਟੂਡੈਂਟਸ ਦੇ ਲਈ। ਤਾਂ ਡੇਟਸ਼ੀਟ ਨੋਟ ਕਰ ਲਓ, ਪੇਪਰ ਦੀ ਤਿਆਰੀ ਚੰਗੀ ਤਰ੍ਹਾਂ ਕਰ ਲਓ, ਬਿਲਕੁਲ ਵੀ ਢਿੱਲ ਨਹੀਂ ਕਰਨੀ। ਜੇ ਰੀਅਪੇਅਰ ਆਈ ਵੀ ਹੈ ਤਾਂ ਹੁਣ ਅਗਲੇ ਚਾਂਸ ਲਈ ਫਿਰ ਤੁਹਾਨੂੰ 2 ਸਾਲ ਹੋਰ ਵੇਟ ਕਰਨੀ ਪੈਣੀ, ਅਗਲੇ ਸਾਲ ਪੇਪਰ ਦਿਓਗੇ, ਉਦੋਂ ਅਗਲੇ ਸਾਲ ਫਿਰ ਰਿਜ਼ਲਟ ਆਏਗਾ। ਤਾਂ ਪਲੀਜ਼ ਬੇਟਾ ਆਪਣੇ ਫਿਊਚਰ ਨੂੰ ਸੰਭਾਲੋ ਤੇ ਹੁਣੇ ਹੀ ਪੜ੍ਹਾਈ ਸ਼ੁਰੂ ਕਰੋ। ਥੈਂਕ ਯੂ, ਗੋਡ ਬਲੈਸ ਯੂ। ਇਫ ਯੂ ਹੈਵ ਨਾਟ ਸਬਸਕ੍ਰਾਈਬਡ ਦ ਚੈਨਲ, ਪਲੀਜ਼ ਸਬਸਕ੍ਰਾਈਬ ਫॉर ਫਰਦਰ ਵੀਡੀਓਜ਼। ਥੈਂਕ ਯੂ।